ਈਵਨਿੰਗ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਤਾਂ ਸਟੂਡੈਂਟਸ, ਅੱਜ ਆਪਾਂ ਕਰਨ ਜਾ ਰਹੇ ਹਾਂ ਭਾਰਤੀ ਇਤਿਹਾਸ ਵਿੱਚ ਗੁਪਤ ਸਾਮਰਾਜ। ਜਿਹੜਾ ਗੁਪਤ ਸਾਮਰਾਜ ਦਾ ਜੇ ਤੁਸੀਂ ਸਮਾਂ ਦੇਖੋ ਤਾਂ ਦੇਖੋ 240 ਈਸਵੀ ਤੋਂ 550 ਈਸਵੀ ਤੱਕ। ਇਹਦਾ ਜਿਹੜਾ ਫਾਊਂਡਰ ਸੀ ਸ਼੍ਰੀ ਗੁਪਤ ਸੀ। ਉਸਨੇ 240 ਤੋਂ 280 AD, ਤੁਹਾਨੂੰ AD ਅਤੇ BC 'ਚ ਫਰਕ ਮੈਂ ਸਮਝਾਇਆ ਸੀ। AD ਆਫਟਰ ਡੈਥ ਆਫ ਕ੍ਰਿਸਟ ਅਤੇ BC ਸੀ ਕ੍ਰਿਸਟ ਦੇ ਜਨਮ ਤੋਂ ਪਹਿਲਾਂ। ਠੀਕ ਹੈ ਨਾ, ਇਹ AD ਦਾ ਸਮਾਂ ਚੱਲ ਰਿਹਾ ਸੀ ਸਹੀ, ਜਿਵੇਂ ਕਿ ਹੁਣ ਅੱਜ ਕੱਲ੍ਹ ਆਪਣਾ ਹੁੰਦਾ 2022 ਤੋਂ ਬਾਅਦ 23 ਆਊਗਾ। ਇਹਦੇ ਵਿੱਚ ਸ਼੍ਰੀ ਗੁਪਤ ਨੇ 240 ਤੋਂ ਲੈ ਕੇ 280 ਤੱਕ ਰਾਜ ਕੀਤਾ। ਸ਼੍ਰੀ ਗੁਪਤ ਹੀ ਗੁਪਤ ਵੰਸ਼ ਦਾ ਜਿਹੜਾ ਫਾਊਂਡਰ ਸੀਗਾ। ਉਸ ਤੋਂ ਬਾਅਦ ਜੇ ਆਪਾਂ ਇਹਦੇ ਰੀਅਲ ਫਾਊਂਡਰ ਦੀ ਗੱਲ ਕਰੀਏ ਤਾਂ ਉਹ ਚੰਦਰਗੁਪਤ ਪਹਿਲਾ ਸੀ। ਸ਼੍ਰੀ ਗੁਪਤ ਤੋਂ ਬਾਅਦ ਵੈਸੇ ਘਟੋਤਕਚ ਬੈਠਿਆ ਸੀ। ਘਟੋਤਕਚ ਤੋਂ ਬਾਅਦ ਉਸਦਾ ਪੁੱਤਰ ਚੰਦਰਗੁਪਤ ਪਹਿਲਾ ਬੈਠਾ ਸੀ। ਅਤੇ ਇਹਦੇ ਵਿੱਚ ਮਤਲਬ ਤੁਹਾਨੂੰ ਇਸ ਪਿਕ ਦੇ ਵਿੱਚ ਦੱਸਿਆ ਜਾ ਰਿਹਾ ਫਾਊਂਡਰ ਇਹ ਸੀ। ਰੀਅਲ ਫਾਊਂਡਰ ਚੰਦਰਗੁਪਤ ਪਹਿਲੇ ਨੂੰ ਮੰਨਿਆ ਜਾਂਦਾ ਹੈ ਅਤੇ ਪਾਵਰਫੁਲ ਐਂਪਰਰ ਕਿਹਨੂੰ ਮੰਨਿਆ ਜਾਂਦਾ ਹੈ? ਸਮੁੰਦਰ ਗੁਪਤ ਨੂੰ। ਉਸਨੇ 335 ਤੋਂ 375 AD ਤੱਕ ਰਾਜ ਕੀਤਾ। ਹੁਣ ਆਪਾਂ ਚੈਪਟਰ ਸ਼ੁਰੂ ਕਰਦੇ ਹਾਂ 1 ਬਾਏ 1। ਸਭ ਤੋਂ ਪਹਿਲਾਂ ਦੇਖੋ ਚੰਦਰਗੁਪਤ ਦਾ ਸਮਾਂ ਦੱਸਿਆ ਗਿਆ। ਤੁਹਾਨੂੰ ਦੱਸਿਆ ਹੀ ਸੀ ਮੈਂ ਪਹਿਲਾਂ ਵੀ, ਚੰਦਰਗੁਪਤ ਜਿਹੜਾ ਪਹਿਲਾ ਸੀ ਇਸਨੇ 320 ਤੋਂ 335 ਤੱਕ ਰਾਜ ਕੀਤਾ। ਲਿੱਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕਰਾ ਕੇ ਆਪਣੀ ਇੱਜ਼ਤ ਮਾਨ 'ਚ ਵਾਧਾ ਕੀਤਾ। ਮਹਾਰਾਜਾ ਦੀ ਰਾਜ ਦੀ ਉਪਾਧੀ ਧਾਰਨ ਕੀਤੀ। ਇਸ ਤੋਂ ਬਾਅਦ ਸਮੁੰਦਰ ਗੁਪਤ ਆਪਣੀਆਂ ਜਿੱਤਾਂ ਕਰਕੇ ਪ੍ਰਸਿੱਧ ਸੀ। ਇਹਦਾ ਰਾਜ 335 ਤੋਂ 375। ਇਸ ਨੂੰ ਨੈਪੋਲੀਅਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਸ ਦੀਆਂ ਜਿੱਤਾਂ ਕਰਕੇ। ਇਸ ਦੀਆਂ ਜਿੱਤਾਂ ਨੂੰ ਆਪਾਂ ਨੈਕਸਟ ਪੇਜ ਦੇ ਵਿੱਚ ਪੜ੍ਹਾਂਗੇ। ਇਹ ਸਿਰਫ ਇੰਟਰੋਡਕਸ਼ਨ ਹੈ ਕਿ ਚੰਦਰਗੁਪਤ ਪਹਿਲੇ ਤੋਂ ਬਾਅਦ ਉਸਦਾ ਪੁੱਤਰ ਸਮੁੰਦਰ ਗੁਪਤ ਗੱਦੀ 'ਤੇ ਬੈਠਾ। ਚੰਦਰਗੁਪਤ ਸੈਕਿੰਡ, ਸਮੁੰਦਰ ਗੁਪਤ ਤੋਂ ਬਾਅਦ ਚੰਦਰਗੁਪਤ ਦੂਜਾ ਬੈਠਾ। 380 ਤੋਂ 414 ਵੀ ਹੈ ਕਈ ਜਗ੍ਹਾ 'ਤੇ, 12 ਵੀ ਹੈ। ਇਸਨੇ ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ ਸੀ। ਕਿਉਂਕਿ ਦੇਖੋ ਗੁਪਤ ਵੰਸ਼ ਇੱਕ ਬਹੁਤ ਵਧੀਆ ਸ਼ਾਸਨ ਰਿਹਾ, ਬਹੁਤ ਵਧੀਆ ਵੰਸ਼ ਰਿਹਾ, ਤਾਂ ਇਸ ਨੂੰ ਸੁਨਹਿਰੀ ਯੁੱਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਬਹੁਤ ਸਾਰੇ ਜੋਤਸ਼ੀ, ਖਗੋਲ ਵਿਗਿਆਨੀ ਇਸ ਵੰਸ਼ ਦੇ ਵਿੱਚ ਆਏ। ਇੱਥੇ ਖੇਤੀਬਾੜੀ, ਸਮਾਜਿਕ ਜੀਵਨ ਸਾਰਾ ਕੁਝ ਹੀ ਬਹੁਤ ਵਧੀਆ ਸੀ, ਜਿਸ ਕਰਕੇ ਜਿਹੜਾ ਗੁਪਤ ਵੰਸ਼ ਹੈ ਇਸ ਨੂੰ ਸੁਨਹਿਰੀ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕਾਲੀਦਾਸ ਇੱਕ ਸੰਸਕ੍ਰਿਤ ਕਵੀ ਸੀ, ਮਹਾਨ ਨਾਟਕਕਾਰ, ਉਹ ਵੀ ਗੁਪਤ ਕਾਲ ਦੇ ਟਾਈਮ ਦੇ ਵਿੱਚ ਆਇਆ ਅਤੇ ਜਿਸ ਕਰਕੇ ਮਤਲਬ ਗੁਪਤ ਕਾਲ ਦੀ ਪ੍ਰਸਿੱਧੀ ਵਧੀ। ਇਹ ਦਿੱਲੀ ਦਾ ਆਇਰਨ ਪਿੱਲਰ ਹੈ ਬੇਟਾ। ਚੰਦਰਗੁਪਤ ਦੂਜੇ ਦੁਆਰਾ ਹਿੰਦੂ ਦੇਵਤਾ ਵਿਸ਼ਨੂੰ ਦਾ ਸਨਮਾਨ ਕਰਨ ਲਈ ਬਣਾਇਆ ਗਿਆ ਸੀ। ਹੁਣ ਆਪਾਂ ਥੋੜ੍ਹਾ ਜਿਹਾ ਗੁਪਤ ਕਾਲ ਦੇ ਸੋਮੇ ਦੇਖਦੇ ਹਾਂ। ਇਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਦਿਖੇਗਾ ਕਿ ਗੁਪਤ ਵੰਸ਼ ਦੇ ਸੋਮੇ ਕਿਹੜੇ ਕਿਹੜੇ ਹਨ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਾਫੀ ਰਚਨਾਵਾਂ, ਨਾਟਕਕਾਰ ਕਾਲੀਦਾਸ ਦੀਆਂ ਜਿਹੜੀਆਂ ਰਚਨਾਵਾਂ ਸੀ, ਸ਼ਕੁੰਤਲਾ, ਵਿਕਰਮੋਰਵਸ਼ੀ, ਰਘੂਵੰਸ਼, ਕੁਮਾਰ ਸੰਭਵ, ਪਾਨ ਭੱਟ ਦਾ ਹਰੀਸ਼ ਚਰਿਤਰ, ਇਹ ਸਾਰੇ ਮਤਲਬ ਸੋਮੇ ਸੀ ਜਿਸ ਤੋਂ ਗੁਪਤ ਕਾਲ ਦੀ ਜਾਣਕਾਰੀ ਮਿਲਦੀ ਹੈ। ਧਾਰਮਿਕ ਸਾਹਿਤ ਦੀ ਗੱਲ ਕਰੀਏ ਤਾਂ ਪੁਰਾਣ 18 ਪੁਰਾਣਾਂ ਵਿੱਚੋਂ ਵਧੇਰੇ ਪੁਰਾਣ ਗੁਪਤ ਕਾਲ ਵਿੱਚ ਹੀ ਲਿਖੇ ਗਏ। ਇਹ ਕਾਲੀਦਾਸ ਦੀ ਇੱਕ ਪਿਕਚਰ ਦਿੱਤੀ ਹੋਈ ਹੈ। ਕੁਛ ਅਭਿਲੇਖ, ਹਰੀਸੇਨ ਦਾ ਇਲਾਵਾ ਸਤੰਭਲੇਖ, ਸਿੱਕੇ ਗੁਪਤ ਕਾਲ ਦੇ ਇਤਿਹਾਸ ਦਾ ਮਹੱਤਵਪੂਰਨ ਸੋਮਾ ਰਹੇ ਹਨ। ਕਈ ਭਵਨ ਨਿਰਮਾਣ ਕਲਾਕ੍ਰਿਤੀਆਂ ਸ਼ਿਲਪ ਕਲਾ ਵਿੱਚ ਕਾਫੀ ਉੱਨਤ ਰਿਹਾ। ਬੁਮਰਾ, ਦੇਵਗੜ੍ਹ, ਬਿਥਰੀਗਾਗ, ਇਹ ਸਾਰੇ ਮਤਲਬ ਗੁਪਤ ਕਾਲ ਦੇ ਹੀ ਸੋਮੇ ਹਨ। ਦੋ ਚੀਨੀ ਯਾਤਰੀ ਅਤੇ ਇੱਕ ਹਿਊਨ-ਸਾਂਗ ਅਤੇ ਇੱਤ ਸਿੰਘ, ਇਹ 7ਵੀਂ ਸਦੀ ਭਾਰਤ ਵਿੱਚ ਆਏ ਹਿਊਨ-ਸਾਂਗ ਅਤੇ ਇੱਤ ਸਿੰਘ। ਅਤੇ ਜਿਹੜਾ ਚੀਨੀ ਯਾਤਰੀ ਫਾਹੀਆਨ ਸੀ, ਇਹ ਪਹਿਲਾ ਚੀਨੀ ਯਾਤਰੀ ਸੀ। ਇਹਨਾਂ ਨੇ ਦੁਆਰਾ ਲਿਖੇ ਗਏ ਬਿਰਤਾਂਤ ਤੋਂ ਵੀ ਆਪਾਂ ਨੂੰ ਗੁਪਤ ਕਾਲ ਦੀ ਜਾਣਕਾਰੀ ਮਿਲਦੀ ਹੈ। ਹੁਣ ਆਪਾਂ ਗੁਪਤ ਸਾਮਰਾਜ ਦੀ ਸਥਾਪਨਾ ਦੁਆਰਾ ਦੇਖਣ ਜਾ ਰਹੇ ਹਾਂ। ਇਹਦੇ ਵਿੱਚ ਥੋੜ੍ਹਾ ਜਿਹਾ ਕਲੀਅਰ ਹੈ, ਇਹ ਪਿਕ ਕਲੀਅਰ ਹੈ, ਤਾਂ ਹੀ ਮੈਂ ਉਹਨਾਂ ਪਿਕਸ ਦੇ ਉੱਤੇ ਨਹੀਂ ਤੁਹਾਨੂੰ ਦਿਖਾਇਆ। ਇਹਦੇ 'ਤੇ ਦੇਖੋ, ਸ਼੍ਰੀ ਗੁਪਤ ਨੇ 240 ਤੋਂ 280 ਤੱਕ ਰਾਜ ਕੀਤਾ। ਇਸ ਦਾ ਉੱਤਰਾਧਿਕਾਰੀ ਘਟੋਤਕਚ 280 ਤੋਂ 320। ਉਸ ਤੋਂ ਬਾਅਦ ਚੰਦਰਗੁਪਤ ਪਹਿਲਾ, ਜਿਹੜਾ ਗੁਪਤ ਸਾਮਰਾਜ ਦਾ ਮੋਢੀ ਮੰਨਿਆ ਜਾਂਦਾ ਹੈ, ਉਸ ਦੇ ਰਾਜ ਵਿੱਚ ਗੰਗਾ, ਪ੍ਰਯਾਗ, ਸਾਕੇਤ ਅਤੇ ਮਗਧ ਦੇ ਪ੍ਰਦੇਸ਼ ਸ਼ਾਮਿਲ ਸਨ।
ਮਹਾਰਾਜਾ ਧੀਰਾਜ ਦੀ ਉਪਾਧੀ ਧਾਰਨ ਕੀਤੀ ਇਸਨੇ। ਲక్ష్ਮੀ ਵੰਸ਼ ਦੀ ਕੁਮਾਰ ਦੇਵੀ ਨਾਲ ਵਿਆਹ ਕਰਾਇਆ। 320 ਤੋਂ 35 ਤੱਕ ਰਾਜ ਕੀਤਾ। ਇਸ ਤੋਂ ਬਾਅਦ ਇਹ ਸਮੁੰਦਰ ਗੁਪਤ ਦੀ ਤਸਵੀਰ ਹੈ। ਇਸਨੇ 335 ਤੋਂ 375 ਤੱਕ ਰਾਜ ਕੀਤਾ। ਆਪਣੀਆਂ ਜਿੱਤਾਂ ਦੁਆਰਾ ਗੁਪਤ ਸਾਮਰਾਜ ਦਾ ਵਿਸਥਾਰ ਕੀਤਾ। ਨੈਕਸਟ ਆਪਣੇ ਕੋਲ ਜਿਹੜਾ ਪੁਆਇੰਟ ਬਣਦਾ ਹੈ ਉਹ ਬਣਦਾ ਹੈ ਆਰੀਆਵਰਤ ਜਾਂ ਉੱਤਰੀ ਭਾਰਤ ਦੀਆਂ ਜਿੱਤਾਂ। ਫਿਰ ਉਸ ਤੋਂ ਬਾਅਦ ਹੈ ਦੱਖਣੀ ਭਾਰਤ ਦੀਆਂ ਜਿੱਤਾਂ। ਉੱਤਰੀ ਭਾਰਤ ਦੇ 9 ਰਾਜਿਆਂ ਨੂੰ ਅਤੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ। ਉੱਤਰੀ ਭਾਰਤ ਦੇ 9 ਰਾਜਿਆਂ ਦੇ ਰਾਜਾਂ ਨੂੰ ਖੋਇਆ ਸਮੁੰਦਰ ਗੁਪਤ ਨੇ ਅਤੇ ਦੱਖਣੀ ਭਾਰਤ ਦੇ ਰਾਜਾਂ ਤੋਂ ਅਧੀਨਤਾ ਸਵੀਕਾਰ ਕਰਵਾ ਲਈ ਸੀ। ਉਹਨਾਂ ਨੂੰ ਉਹਨਾਂ ਦੇ ਰਾਜ ਵਾਪਸ ਕਰਤੇ ਸੀ। ਨੈਕਸਟ ਆਪਣੇ ਕੋਲ ਹੈ ਚੰਦਰਗੁਪਤ ਵਿਕਰਮਾਦਿੱਤਯ। ਇਸ ਤੋਂ ਪਹਿਲਾਂ ਰਾਮਗੁਪਤ ਆਇਆ ਸੀ 375 ਈਸਵੀ ਤੋਂ 380 ਈਸਵੀ ਤੱਕ। ਫਿਰ ਚੰਦਰਗੁਪਤ ਦੂਜਾ 380 ਤੋਂ 414 ਹੀ ਕਰ ਲਿਓ ਯਾਦ। ਇਸ ਨੇ ਵੀ ਜਿੱਤਾਂ ਦੇ ਦੁਆਰਾ ਆਪਣੇ ਪ੍ਰਦੇਸ਼ ਦਾ ਮਤਲਬ ਕਿ ਵਿਸਥਾਰ ਕੀਤਾ ਗੁਪਤ ਵੰਸ਼ ਦਾ। ਹੁਣ ਆਪਾਂ ਗੁਪਤ ਕਾਲ ਦਾ ਸਮਾਜਿਕ ਜੀਵਨ ਦੇਖਦੇ ਹਾਂ। ਸੰਯੁਕਤ ਪਰਿਵਾਰ ਪ੍ਰਣਾਲੀ, ਇਸਤਰੀਆਂ ਦੀ ਸਥਿਤੀ ਵਧੀਆ ਸੀ। ਭੋਜਨ, ਕੱਪੜੇ, ਗਹਿਣੇ, ਮਨੋਰੰਜਨ ਦੇ ਸਾਧਨ ਸਨ। ਜਾਤੀ ਪ੍ਰਥਾ ਪ੍ਰਚਲਿਤ ਸੀ। ਦਾਸ ਪ੍ਰਣਾਲੀ ਸੀ। ਆਸ਼ਰਮ ਦਾ ਸਿਧਾਂਤ ਸੀ। ਇਕਲਾਖੀ ਪੱਧਰ ਦਾ ਮਤਲਬ ਸੀ ਨੈਤਿਕ ਪੱਧਰ ਉਹਨਾਂ ਦਾ ਉੱਚਾ ਸੀ। ਨੈਕਸਟ ਆਪਣੇ ਕੋਲ ਹੈ ਆਰਥਿਕ ਜੀਵਨ। ਖੇਤੀਬਾੜੀ, ਉਦਯੋਗ ਦੇ ਜਿਹੜੇ ਪ੍ਰਸਿੱਧ ਕੇਂਦਰ ਸੀ ਗੁਜਰਾਤ, ਮਾਲਵਾ, ਬੰਗਾਲ ਅਤੇ ਆਧੁਨਿਕ ਉੱਤਰ ਪ੍ਰਦੇਸ਼। ਸੰਘ ਪ੍ਰਣਾਲੀ, ਵਪਾਰ ਅਤੇ ਵਣਜ। ਧਾਰਮਿਕ ਜੀਵਨ ਵੀ ਬਹੁਤ ਵਧੀਆ ਸੀ। ਹਿੰਦੂ ਧਰਮ, ਵੈਸ਼ਨਵ ਮਤ, ਸ਼ੈਵ ਮਤ, ਸ਼ਕਤੀ ਮਤ, ਬੁੱਧ ਧਰਮ ਅਤੇ ਜੈਨ ਧਰਮ। ਮਤਲਬ ਸਾਰੇ ਹੀ ਧਰਮ ਵਧੀਆ ਸੀ ਪ੍ਰਚਲਿਤ। ਮਤਲਬ ਜਿਹੜਾ ਵਿਅਕਤੀ ਜਿਹੜੇ ਧਰਮ ਨੂੰ ਅਪਣਾਉਣਾ ਚਾਹੁੰਦਾ ਸੀ ਅਪਣਾ ਸਕਦਾ ਸੀ। ਉਸਨੂੰ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਸੀ। ਗੁਪਤ ਕਾਲ ਵਿੱਚ ਸਾਹਿਤ, ਸਿੱਖਿਆ, ਵਿਗਿਆਨ ਅਤੇ ਕਲਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਕਿਉਂਕਿ ਵਿਸ਼ਾਖਾਦੱਤ, ਸ਼ੂਦਰਕ, ਹਰੀ ਸੇਨ, ਵਿਸ਼ਨੂੰ ਸ਼ਰਮਾ ਵਰਗੇ ਸਾਹਿਤਕਾਰ ਇਸ ਸਮੇਂ ਦੇ ਵਿੱਚ ਆਏ ਅਤੇ ਉਹਨਾਂ ਨੇ ਸਾਹਿਤ ਅਤੇ ਦਰਸ਼ਨ ਲਿਖਿਆ। ਸਿੱਖਿਆ ਵਿੱਚ ਵੀ ਗੁਪਤ ਕਾਲ ਵਧੀਆ ਸੀ। ਵਲਭੀ ਅਤੇ ਨਲੰਦਾ ਵਿੱਚ ਉੱਚ ਸਿੱਖਿਆ ਕੇਂਦਰ ਸਨ। ਤੁਸੀਂ ਨਲੰਦਾ ਵਿਸ਼ਵ ਵਿਦਿਆਲੇ ਨੂੰ ਯਾਦ ਰੱਖਣਾ ਜੋ ਗੁਪਤ ਕਾਲ ਵਿੱਚ ਬਣਿਆ ਸੀ। ਮਥੁਰਾ, ਉਜੈਨ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ। ਇਹ ਆਰੀਆਭੱਟ ਦੀ ਤਸਵੀਰ ਹੈ। ਖੰਗੋਲ, ਆਰੀਆਭੱਟ, ਵਾਰਮੀਰ ਅਤੇ ਬ੍ਰਹਮਗੁਪਤ। ਗਣਿਤ, ਪ੍ਰਸਿੱਧ ਗਣਿਤਕਾਰ ਆਰੀਆਭੱਟ ਬਹੁਤ ਪ੍ਰਸਿੱਧ ਰਿਹਾ ਗੁਪਤ ਕਾਲ ਦੇ ਵਿੱਚ। ਲਲਿਤ ਕਲਾਵਾਂ ਦਾ ਵਿਕਾਸ ਹੋਇਆ। ਮੂਰਤੀ ਕਲਾ, ਸੰਗੀਤ ਕਲਾ। ਜੇ ਹੁਣ ਆਪਾਂ ਦੇਖੀਏ ਕਿ ਇਹਨੂੰ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਇਹਦੇ ਵਿੱਚ ਪ੍ਰਜਾ ਦਾ ਹਿਤਕਾਰੀ ਸ਼ਾਸਨ ਪ੍ਰਬੰਧ ਸੀ। ਸਮਾਜਿਕ ਖੇਤਰ ਵਿੱਚ ਉੱਨਤੀ ਸੀ। ਹਿੰਦੂ ਧਰਮ ਚੜ੍ਹਦੀ ਕਲਾ ਵਿੱਚ ਰਿਹਾ। ਧਾਰਮਿਕ ਸਹਿਣਸ਼ੀਲਤਾ ਸੀ। ਆਪਾਂ ਦੇਖਿਆ ਪਿੱਛੇ ਵੀ ਕੋਈ ਵੀ ਧਰਮ ਅਪਣਾ ਸਕਦਾ ਸੀ ਕੋਈ ਵੀ ਵਿਅਕਤੀ। ਵਪਾਰ ਅਤੇ ਵਣਜ ਦਾ ਵਿਕਾਸ ਹੋਇਆ ਪਿਆ ਸੀ। ਸਾਹਿਤ ਅਤੇ ਸਿੱਖਿਆ ਦੀ ਉੱਨਤੀ ਸੀ ਕਿਉਂਕਿ ਨਲੰਦਾ ਵਿਸ਼ਵ ਵਿਦਿਆਲੇ ਸੀ। ਵਿਗਿਆਨ ਤਕਨਾਲੋਜੀ ਦਾ ਵਿਕਾਸ ਸੀ। ਲਲਿਤ ਕਲਾਵਾਂ ਦਾ ਵਿਕਾਸ ਸੀ। ਭਾਰਤੀ ਸੰਸਕ੍ਰਿਤੀ ਦਾ ਵਿਦੇਸ਼ਾਂ ਵਿੱਚ ਪ੍ਰਸਾਰ ਸੀ। ਇਹ ਸਾਰੇ ਪੁਆਇੰਟ ਨੇ ਜਿਸ ਕਰਕੇ ਗੁਪਤ ਕਾਲ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ। ਕੁਐਸਚਨ ਇਹ ਵੀ ਬਣਦਾ ਕਿ ਗੁਪਤ ਕਾਲ ਦੀ ਦੇਣ ਕੀ ਸੀ, ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ। ਲਾਸਟ ਹੁਣ ਆਪਾਂ ਦੇਖਾਂਗੇ ਕਿ ਗੁਪਤ ਕਾਲ ਦੇ ਪਤਨ ਦੇ ਕੀ ਕਾਰਨ ਹਨ ਵੀ ਇੰਨਾ ਸਾਰਾ ਕੁਝ ਵਧੀਆ ਹੋਣ ਦੇ ਬਾਅਦ ਵੀ ਕੀ ਕਾਰਨ ਸੀ ਗੁਪਤ ਕਾਲ ਦਾ ਪਤਨ ਹੋਇਆ। ਜਿਹੜਾ ਸ਼ਾਸਨ ਸੀ ਉਹ ਤਾਨਾਸ਼ਾਹੀ ਹੋ ਗਿਆ ਸੀ। ਆਫਟਰ ਦੈਟ ਜਿਹੜੇ ਬਾਅਦ ਵਿੱਚ ਰਾਜੇ ਆਏ ਗੁਪਤ ਵੰਸ਼ ਦੇ ਉਹ ਤਾਨਾਸ਼ਾਹੀ ਸ਼ਾਸਨ ਕਰਨ ਲੱਗ ਗਏ। ਸਾਮਰਾਜ ਦੀ ਵਿਸ਼ਾਲਤਾ ਉਹਨਾਂ ਤੋਂ ਸੰਭਾਲੀ ਨਹੀਂ ਗਈ। ਉੱਤਰ ਅਧਿਕਾਰ ਕਰਕੇ ਵੀ ਉਹਨਾਂ ਵਿੱਚ ਝਗੜੇ ਹੋਏ। ਸੀਮਾ ਰੱਖਿਆ ਅਤੇ ਕਾਰਜਾਂ ਦੀ ਘਾਟ ਗਈ। ਸੈਨਾ ਵਿੱਚ ਕਮਜ਼ੋਰੀ ਆ ਗਈ। ਬੁੱਧ ਧਰਮ ਦਾ ਪ੍ਰਭਾਵ ਗੁਪਤ ਰਾਜ ਦੇ ਵਿੱਚ ਵੱਧ ਗਿਆ। ਧਨ ਦੀ ਘਾਟ ਹੋ ਗਈ। ਸਿਕੰਦ ਗੁਪਤ ਦੇ ਜਿਹੜੇ ਅਧਿਕਾਰੀ ਸੀ ਲਾਸਟ ਜਿਹੜੇ ਰਾਜੇ ਸੀ ਨਾ ਉਹ ਕਮਜ਼ੋਰ ਆਏ ਸੀ। ਪਹਿਲਾਂ ਵਾਲੇ ਰਾਜੇ ਵਧੀਆ ਸੀ ਗੁਪਤ ਸਾਮਰਾਜ ਦੇ ਵਿੱਚ। ਸਿਕੰਦ ਗੁਪਤ ਦੇ ਸਮੇਂ ਤਾਂ ਸਾਰੇ ਹੀ ਕਮਜ਼ੋਰ ਉੱਤਰ ਅਧਿਕਾਰੀ ਸੀ ਜੋ ਗੁਪਤ ਸਾਮਰਾਜ ਨੂੰ ਸੰਭਾਲ ਨਾ ਸਕੇ। ਇਹ ਸਾਰੇ ਕਾਰਨ ਸੀ ਜਿਨ੍ਹਾਂ ਕਰਕੇ ਜਿਹੜਾ ਗੁਪਤ ਸਾਮਰਾਜ ਸੀ ਉਸ ਦਾ ਪਤਨ ਹੋ ਗਿਆ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਸਾਰਿਆਂ ਨੇ ਜ਼ਰੂਰ ਯਾਦ ਰੱਖਣਾ। ਠੀਕ ਹੈ ਬੇਟਾ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਨਾ ਸਾਰਾ ਟੌਪਿਕ ਕਲੀਅਰ ਹੋ ਗਿਆ ਹੋਣਾ। ਇਹ ਵੀਡੀਓ ਨੂੰ ਤੁਸੀਂ ਦੁਬਾਰਾ ਵੀ ਸੁਣ ਸਕਦੇ ਹੋ। ਸਾਰੇ ਪੁਆਇੰਟਸ ਨੂੰ ਨੋਟ ਡਾਊਨ ਕਰ ਲਓ। ਠੀਕ ਹੈ ਬੇਟਾ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਮੈਂ ਹੋਰ ਵੀਡੀਓ ਤੁਹਾਡੇ ਲਈ ਬਣਾ ਸਕਾਂ। ਹੈਵ ਅ ਨਾਈਸ ਡੇ।